Okay, we are going to discuss notice writing. So, notice ਜੋ ਹੈ ਉਹ ਕਿਸੇ ਵੀ ਸਕੂਲ ਜਾਂ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਯੂਜ਼ ਹੁੰਦਾ ਹੈ। ਹਰ ਸਕੂਲ, ਕਾਲਜ, ਯੂਨੀਵਰਸਿਟੀ ਨੋਟਿਸ ਯੂਜ਼ ਕਰਦੀ ਹੈ। ਨੋਟਿਸ ਕੈਨ ਬੀ ਅ ਪਬਲਿਕ ਨੋਟਿਸ, ਜਦੋਂ ਕਿਸੇ ਆਫੀਸ਼ੀਅਲ ਡਿਪਾਰਟਮੈਂਟ ਵੱਲੋਂ, ਜਦੋਂ ਕਿਸੇ ਵੀ ਗਵਰਨਮੈਂਟ ਵੱਲੋਂ ਪੂਰੀ ਜਨਤਾ ਦੇ ਲਈ ਕੋਈ ਨੋਟਿਸ ਜਾਰੀ ਹੁੰਦਾ ਉਸਨੂੰ ਵੀ ਅਸੀਂ ਨੋਟਿਸ ਕਹਿੰਦੇ ਹਾਂ। ਔਰ ਨੋਟਿਸ ਟੈਂਡਰ ਲਈ ਜਾਂ ਆਕਸ਼ਨ ਲਈ ਵੀ ਹੁੰਦਾ ਹੈ। ਅਗਰ ਕੋਈ ਨੀਲਾਮੀ ਵਗੈਰਾ ਹੋਣੀ ਆ ਉਹਦੇ ਲਈ ਵੀ ਅਸੀਂ ਪਹਿਲੇ ਨੋਟਿਸ ਦਿੰਦੇ ਹਾਂ। ਔਰ ਕਈ ਵਾਰ ਤੁਸੀਂ ਕਿਸੇ ਜਗ੍ਹਾ ਜੌਬ ਕਰ ਰਹੇ ਹੋ, ਜੌਬ ਛੱਡਣਾ ਚਾਹੁੰਦੇ ਹੋ, ਉਹਦੇ ਲਈ ਵੀ ਤੁਸੀਂ ਪਹਿਲੇ ਨੋਟਿਸ ਦੋਗੇ। ਸੋ ਇਸ ਤਰ੍ਹਾਂ ਜੋ ਨੋਟਿਸ ਰਾਈਟਿੰਗ ਹੈ, that is a simple, short, very short piece of writing with necessary information in it। ਇਸ ਦੇ ਵਿੱਚ ਜ਼ਰੂਰੀ information ਹੁੰਦੀ ਹੈ। So notices are supposed to be pinned up or pasted। ਨੋਟਿਸ ਕਦੇ ਵੀ ਲਿਖ ਕੇ ਆਪਣੇ ਕੋਲ ਨਹੀਂ ਰੱਖਿਆ ਜਾਂਦਾ। ਜਦੋਂ ਵੀ ਤੁਸੀਂ ਕਦੀ ਨੋਟਿਸ ਲਿਖਦੇ ਹੋ ਉਸਨੂੰ ਤੁਸੀਂ ਇਹੋ ਜਿਹੀ ਜਗ੍ਹਾ ਤੇ ਡਿਸਪਲੇ ਕਰੋਗੇ so that everyone can see it for whom your notice has been typed। ਜਿਸ ਦੇ ਲਈ ਵੀ ਤੁਸੀਂ ਉਹ ਨੋਟਿਸ ਲਿਖਿਆ ਉਹ ਉਸਨੂੰ ਦੇਖ ਸਕੇ, ਇਹੋ ਜਿਹੀ ਜਗ੍ਹਾ ਤੇ ਅਸੀਂ ਉਸ ਨੋਟਿਸ ਨੂੰ ਲਗਾਉਂਦੇ ਹਾਂ। ਤੁਸੀਂ ਦੇਖਿਆ ਹੋਗਾ ਤੁਹਾਡੇ ਸਕੂਲਸ ਦੇ ਵਿੱਚ ਵੀ, ਕਾਲਜਸ ਦੇ ਵਿੱਚ ਵੀ ਬੜੇ ਸੈਂਟਰਲ ਪੁਆਇੰਟ ਤੇ ਨੋਟਿਸ ਬੋਰਡਸ ਰੱਖੇ ਜਾਂਦੇ ਆ। So in schools, in an organization or in an office, we always have such kinds of boards on which notices are displayed so that everyone can see it, ਤਾਂ ਕਿ ਸਾਰਿਆਂ ਨੂੰ ਜਾਣਕਾਰੀ ਮਿਲ ਜੇ। ਸੋ ਹਾਊ ਟੂ ਰਾਈਟ ਅ ਨੋਟਿਸ। ਇਹ ਨੋਟਿਸ ਲਿਖਿਆ ਕਿੱਦਾਂ ਜਾਂਦਾ ਹੈ? ਸਭ ਤੋਂ ਪਹਿਲੀ ਗੱਲ ਤਾਂ ਸਾਡਾ ਨੋਟਿਸ ਇਫੈਕਟਿਵ ਹੋਣਾ ਚਾਹੀਦਾ ਹੈ। ਇਫੈਕਟਿਵ ਦਾ ਮਤਲਬ ਕੀ ਹੈ ਕਿ ਸਾਹਮਣੇ ਵਾਲੇ ਦੇ ਮਨ 'ਚ ਕੁਝ ਸਵਾਲ ਉੱਠਣਗੇ। ਜਦੋਂ ਵੀ ਅਸੀਂ ਕੋਈ ਅਨਾਊਂਸਮੈਂਟ ਕਰਨ ਲੱਗਾਂਗੇ ਤਾਂ ਪੜ੍ਹਨ ਵਾਲੇ ਦੇ ਮਨ 'ਚ ਕੁਝ ਸਵਾਲ ਉੱਠਣਗੇ। ਉਹਨਾਂ ਸਾਰੇ ਸਵਾਲਾਂ ਦਾ ਜਵਾਬ ਮੇਰਾ ਨੋਟਿਸ ਉਹਨਾਂ ਨੂੰ ਦੇ ਰਿਹਾ ਹੋਵੇ। ਫੋਰ ਐਗਜ਼ਾਮਪਲ, ਮੈਂ ਇੱਕ ਨੋਟਿਸ ਲਗਾਤਾ, ਅਰਜੈਂਟ ਮੀਟਿੰਗ ਟੂਡੇ, ਤਾਂ ਉਸ ਨੋਟਿਸ ਨੂੰ ਪੜ੍ਹ ਕੇ ਸਭ ਨੂੰ ਇਹ ਸਵਾਲ ਉੱਠਣਗੇ ਮਨ 'ਚ, ਕਿਸ ਦੀ ਮੀਟਿੰਗ ਹੈ, ਕਿਹਦੇ ਨਾਲ ਮੀਟਿੰਗ ਹੈ, ਕਿੰਨੇ ਵਜੇ ਮੀਟਿੰਗ ਹੈ, ਕਿੱਥੇ ਮੀਟਿੰਗ ਹੈ। ਏਦਾਂ ਹੀ ਹੋਊਗਾ ਨਾ ਬੇਟਾ। ਅਗਰ ਅਸੀਂ ਕੋਈ ਵੀ ਨੋਟਿਸ ਕਿਸੇ ਨੂੰ ਦਿੰਦੇ ਹਾਂ ਤਾਂ 3-4 ਸਵਾਲ ਉਹਦੇ ਮਨ 'ਚ ਆ ਜਿਹੜੇ ਸਾਨੂੰ ਪਤਾ ਹੈ ਕਿ ਓਬਵੀਅਸਲੀ ਉੱਠਣੇ ਹੀ ਉੱਠਣੇ ਆ, ਤਾਂ ਮੇਰਾ ਨੋਟਿਸ ਪਹਿਲਾਂ ਹੀ ਉਹਨਾਂ ਸਵਾਲਾਂ ਦੇ ਜਵਾਬ ਦਊਗਾ। A well written notice must inform the readers about 5 W's। 5 W's ਦੇ ਆਨਸਰ ਨੋਟਿਸ ਦਿੰਦਾ ਹੋਵੇ। What is going to happen। ਯਾਨੀ ਕਿ ਨੋਟਿਸ ਦੇ ਵਿੱਚ ਤੁਸੀਂ ਹਮੇਸ਼ਾ ਇਹ ਗੱਲ ਕਲੀਅਰ ਕਰ ਦੇਣੀ ਹੁੰਦੀ ਹੈ ਕਿ ਕਿਸ ਘਟਨਾ ਬਾਰੇ ਮੈਂ ਨੋਟਿਸ ਲਗਾਉਣ ਲੱਗੀ ਹਾਂ, ਈਵੈਂਟ ਕੀ ਹੈ। ਕੋਈ ਮੀਟਿੰਗ ਹੈ ਜਾਂ ਕੋਈ ਕੰਪੀਟੀਸ਼ਨ ਹੈ ਜਾਂ ਕੋਈ ਵੈਸੇ ਗੈਟ ਟੂਗੇਦਰ ਹੈ ਜਾਂ ਕੋਈ ਪਾਰਟੀ ਹੈ ਆਫੀਸ਼ੀਅਲ ਜਾਂ ਅਨਅਫੀਸ਼ੀਅਲ, ਤਾਂ ਇਹ ਅਸੀਂ ਕਲੀਅਰ ਕਰਨਾ ਹੁੰਦਾ ਸਭ ਤੋਂ ਪਹਿਲੇ। ਸੈਕਿੰਡ, ਵੇਅਰ ਇਟ ਵਿਲ ਟੇਕ ਪਲੇਸ। ਦੂਸਰੀ ਗੱਲ, ਅਗਰ ਇਹ ਮੀਟਿੰਗ ਹੈ ਤਾਂ ਕਿਸ ਜਗ੍ਹਾ ਤੇ ਹੈ। ਸਕੂਲ ਹਾਲ ਦੇ ਵਿੱਚ ਹੈ, ਕਿਸੇ ਰੂਮ ਦੇ ਵਿੱਚ ਹੈ। ਅਗਰ ਰੂਮ ਦੇ ਵਿੱਚ ਹੈ ਤਾਂ ਰੂਮ ਨੰਬਰ ਸ਼ੋ ਹੋਣਾ ਚਾਹੀਦਾ। ਯਾਨੀ ਕਿ ਜਿਸ ਪਲੇਸ ਤੇ ਤੁਸੀਂ ਆਪਣਾ ਐਕਸ਼ਨ ਲੈਣਾ, ਜਿਸ ਪਲੇਸ ਤੇ ਤੁਸੀਂ ਉਹ ਫੰਕਸ਼ਨ ਜਾਂ ਉਹ ਗੈਟ ਟੂਗੇਦਰ ਜਾਂ ਉਹ ਫੇਅਰਵੈਲ ਜਾਂ ਉਹ ਵੈਲਕਮ ਪਾਰਟੀ ਜਾਂ ਉਹ ਮੀਟਿੰਗ ਕਰਨੀ ਹੈ, ਉਸ ਪਲੇਸ ਦਾ ਨਾਂ ਤੁਸੀਂ ਦੱਸਣਾ। ਨੰਬਰ 3, ਵੈਨ ਇਟ ਵਿਲ ਟੇਕ ਪਲੇਸ। ਤਾਂ ਸਾਡੇ ਨੋਟਿਸ 'ਚ ਕਲੀਅਰ ਹੋਣਾ ਚਾਹੀਦਾ ਹੈ ਕਿਸ ਡੇਟ ਨੂੰ ਇਹ ਇਵੈਂਟ ਹੋਣਾ ਔਰ ਕਿੰਨੇ ਵੱਜ ਕੇ ਕਿੰਨੇ ਮਿੰਟ ਤੇ ਇਵੈਂਟ ਹੋਣਾ, ਤਾਂ ਕਿ ਕੈਂਡੀਡੇਟ ਨੂੰ ਇਹ ਪਤਾ ਲੱਗ ਜਾਏ ਕਿ ਇਸ ਇਵੈਂਟ ਨੂੰ ਜੁਆਇਨ ਕਰਨ ਲਈ ਮੈਂ ਕਿਸ ਰੂਮ 'ਚ ਜਾਂ ਕਿਸ ਹਾਲ 'ਚ ਜਾਣਾ ਹੈ, ਕਿੰਨੇ ਵਜੇ ਜਾਣਾ ਹੈ, ਕਿੰਨੀ ਡੇਟ ਨੂੰ ਜਾਣਾ ਹੈ। ਹੂ ਕੈਨ ਅਪਲਾਈ ਔਰ ਇਜ਼ ਐਲੀਜੀਬਲ ਫॉर ਇਟ। ਹੁਣ ਇਹ ਨੋਟਿਸ ਜਿਹੜਾ ਹੁੰਦਾ ਹੈ, ਕਦੇ ਵੀ ਇੱਕ ਨੋਟਿਸ ਹਰ ਇੱਕ ਲਈ ਨਹੀਂ ਹੁੰਦਾ। ਕੁਛ ਨੋਟਿਸਿਸ ਸਟੂਡੈਂਟਸ ਲਈ ਹੁੰਦੇ ਆ, ਕੁਛ ਨੋਟਿਸਿਸ ਟੀਚਰਸ ਲਈ ਹੁੰਦੇ ਆ, ਕੁਛ ਨੋਟਿਸਿਸ ਓਨਲੀ ਆਰਟਸ ਸਟੂਡੈਂਟਸ ਲਈ ਹੁੰਦੇ ਆ, ਕੁਛ ਨੋਟਿਸਿਸ ਓਨਲੀ ਸਾਇੰਸ ਸਟੂਡੈਂਟਸ ਲਈ ਹੁੰਦੇ ਆ। ਸੋ ਸਾਡੀ ਨੋਟਿਸ ਦੀ ਆਡੀਅנס ਬਦਲਦੀ ਰਹਿੰਦੀ ਹੈ। ਮੰਨ ਲਓ ਮੇਰੇ ਸਕੂਲ ਦੇ ਵਿੱਚ ਕੋਈ ਐਸੀ ਕੋਈ ਹਾਊਸ ਬਣਿਆ ਹੋਇਆ, ਮੰਨ ਲਓ ਹਾਊਸ ਸਿਸਟਮ ਆਪਣੇ ਸਕੂਲ 'ਚ ਚੱਲਦਾ ਹੀ ਹੈ, ਤਾਂ ਮੇਰੇ ਹਾਊਸ ਦਾ ਨਾਮ ਹੈ ਡਾਕਟਰ ਅਬਦੁਲ ਕਲਾਮ ਹਾਊਸ। ਮੈਂ ਨੋਟਿਸ ਲਿਖ ਰਹੀ ਹਾਂ ਸਿਰਫ ਉਹਨਾਂ ਬੱਚਿਆਂ ਲਈ ਜੋ ਡਾਕਟਰ ਅਬਦੁਲ ਕਲਾਮ ਹਾਊਸ ਦੇ ਮੈਂਬਰਸ ਹੈ। ਸੋ ਆਪਾਂ ਕੀ ਲਿਖਾਂਗੇ ਆਪਣੇ ਨੋਟਿਸ 'ਚ, ਆਪਾਂ ਲਿਖਾਂਗੇ ਕਿ ਇਟ ਇਜ਼ ਫॉर ਦ ਇਨਫੋਰਮੇਸ਼ਨ ਆਫ ਆਲ ਦ ਕੈਂਡੀਡੇਟਸ ਆਫ ਡਾਕਟਰ ਅਬਦੁਲ ਕਲਾਮ ਹਾਊਸ।
ਇਸ ਨਾਲ ਕੀ ਹੋ ਗਿਆ ਕਿ ਮੇਰੀ ਉਸ ਆਡੀਅנס ਤੱਕ ਸੁਨੇਹਾ ਪਹੁੰਚੂਗਾ ਜਿਹਦੇ ਤੱਕ ਮੈਂ ਪਹੁੰਚਾਣਾ ਹੈ, ਯਾਨੀ ਕਿ ਕਲੀਅਰ ਹੋ ਗਿਆ ਕਿ ਨੋਟਿਸ ਕਿਹਦੇ ਲਈ ਹੈ, ਫॉर whom। ਲਾਸਟ W ਹੁੰਦੀ ਹੈ whom to contact or apply to। ਮੰਨ ਲਓ ਹੁਣ ਕੋਈ ਅਰਜੈਂਟ ਮੀਟਿੰਗ ਦਾ ਨੋਟਿਸ ਆ ਗਿਆ, ਮੈਨੂੰ ਕੋਈ ਕੰਮ ਹੋ ਗਿਆ, ਮੈਂ ਨਹੀਂ ਮੀਟਿੰਗ ਅਟੈਂਡ ਕਰ ਸਕਦੀ, ਮੈਂ ਉਹਦੇ ਬਾਰੇ ਇਨਫੋਰਮ ਕਰਨਾ ਚਾਹੁੰਦੀ ਹਾਂ ਕਿ ਆਈ ਕੈਨ ਨਾਟ ਅਟੈਂਡ ਦਿਸ ਮੀਟਿੰਗ, ਤਾਂ ਇਸ਼ੂਇੰਗ ਅਥਾਰਟੀ ਦਾ ਨੀਚੇ ਨਾਮ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਇਹ ਨੋਟਿਸ ਪ੍ਰਿੰਸੀਪਲ ਵੱਲੋਂ ਹੈ, ਜਾਂ ਕਿਸੇ ਕਲਾਸ ਇੰਚਾਰਜ ਵੱਲੋਂ ਹੈ, ਜਾਂ ਸਬਜੈਕਟ ਟੀਚਰ ਵੱਲੋਂ ਹੈ, ਜਾਂ ਹੈਡ ਗਰਲ ਵੱਲੋਂ ਹੈ, ਹੈਡ ਬॉय ਵੱਲੋਂ ਹੈ, ਕਲਾਸ ਮੋਨੀਟਰ ਵੱਲੋਂ ਹੈ, ਜਾਂ ਜਿਸ ਵੀ ਅਥਾਰਟੀ ਦੇ ਨਾਲ ਕੋਈ ਨੋਟਿਸ ਲਿਖ ਰਿਹਾ ਉਸ ਦੇ ਨੀਚੇ ਸਿਗਨੇਚਰ ਔਰ ਡੈਜ਼ਿਗਨੇਸ਼ਨ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਔਰ ਜਦੋਂ ਵੀ ਤੁਸੀਂ ਨੋਟਿਸ ਲਿਖੋ ਬੇਟਾ, ਉਸ ਦੀ ਹੈਡਿੰਗ ਬਹੁਤ ਵਧੀਆ ਬਣਾ ਕੇ ਲਿਖਣੀ ਹੁੰਦੀ ਹੈ, ਉਸ ਦੇ ਉੱਪਰ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਬਿਊਟੀਫੁਲ ਤਰੀਕੇ ਨਾਲ ਲਿਖਿਆ ਹੋਣਾ ਚਾਹੀਦਾ ਨੋਟਿਸ, ਤਾਂ ਕਿ ਸਾਰਿਆਂ ਨੂੰ ਇਹ ਪਤਾ ਲੱਗ ਜਾਏ ਕਿ ਇਹ ਇੱਕ ਜ਼ਰੂਰੀ ਪੀਸ ਆਫ ਇਨਫੋਰਮੇਸ਼ਨ ਹੈ। ਨੋਟਿਸ ਪੜ੍ਹਦੇ ਹੀ ਸਾਰੇ ਉਸਨੂੰ ਧਿਆਨ ਨਾਲ ਪੜ੍ਹਨਗੇ। ਓਨਲੀ ਦਾ ਮੋਸਟ ਇੰਪੋਰਟੈਂਟ ਪੁਆਇੰਟਸ ਸ਼ੁੱਡ ਬੀ ਰਿਟਨ। ਮੰਨ ਲਓ ਹੁਣ ਮੈਂ ਨੋਟਿਸ ਲਿਖ ਰਹੀ ਹਾਂ ਕਿ ਕੋਈ ਕੰਪੀਟੀਸ਼ਨ ਹੋ ਰਿਹਾ, ਮੇਰੇ ਸਕੂਲ ਦੇ ਵਿੱਚ ਕੋਈ ਕੰਪੀਟੀਸ਼ਨ ਹੋ ਰਿਹਾ, ਸਿੰਗਿੰਗ ਕੰਪੀਟੀਸ਼ਨ, ਤਾਂ ਉਹ ਨੋਟਿਸ ਲਿਖਣ ਲੱਗੇ ਮੈਂ ਸਿਰਫ ਇਹੀ ਲਿਖਣਾ ਹੈ ਕਿ ਸਿੰਗਿੰਗ ਕੰਪੀਟੀਸ਼ਨ ਇਜ਼ ਗੋਇੰਗ ਟੂ ਬੀ ਹੈਲਡ। ਮੰਨ ਲਓ ਇਨਫੋਰਮੇਸ਼ਨ ਸਾਰੇ ਸਕੂਲ ਲਈ ਹੈ, ਤਾਂ ਮੈਂ ਕੀ ਕਹੂੰਗੀ, ਇਟ ਇਜ਼ ਫॉर द information of all the students that a singing competition is going to be held for all classes on 10th of December 2020 in school hall at 10 AM। ਤਾਂ ਇਹ ਜ਼ਰੂਰੀ ਗੱਲਾਂ ਸੀ, ਮੈਂ ਸਾਰੀਆਂ ਲਿਖਤੀਆਂ। For further information you can contact the undersigned। ਨੀਚੇ ਮੇਰਾ ਨਾਮ ਹੋਊਗਾ ਔਰ ਜਾਂ ਮੇਰਾ ਰੋਲ ਨੰਬਰ ਕਲਾਸ ਹੋਊਗੀ ਜਾਂ ਫੋਨ ਨੰਬਰ ਵੀ ਦਿੱਤਾ ਜਾ ਸਕਦਾ ਹੈ। ਸੋ ਇਸ ਤਰੀਕੇ ਨਾਲ ਅਸੀਂ ਨੋਟਿਸ 'ਚ ਜ਼ਰੂਰੀ ਚੀਜ਼ਾਂ ਲਿਖਤੀਆਂ। ਹੁਣ ਇੱਕ ਬੈਡ ਨੋਟਿਸ ਕੀ ਹੋ ਸਕਦਾ ਹੈ? Singing is a very good activity, people sing to pass their time, we all love singing, for this we are going to hold a singing competition in the school। ਮੀਨਸ ਅਸੀਂ ਸ਼ੁਰੂ ਦੇ ਵਿੱਚ ਜਿਹੜੀਆਂ 4-6 ਲਾਈਨਸ ਲਿਖਤੀਆਂ ਬਿਨਾਂ ਕਾਰਨ ਲਿਖਤੀਆਂ, ਉਹਦਾ ਕੋਈ ਮਤਲਬ ਨਹੀਂ, ਮਤਲਬ ਦੀ ਗੱਲ 5ਵੀਂ ਲਾਈਨ ਤੋਂ ਜਾ ਕੇ ਸ਼ੁਰੂ ਹੁੰਦੀ ਹੈ। ਸੋ ਅਨਇੰਪੋਰਟੈਂਟ ਚੀਜ਼ਾਂ ਨੋਟਿਸ ਦੇ ਵਿੱਚ ਨਹੀਂ ਲਿਖਣੀਆਂ, ਬਹੁਤ ਹੀ ਟੂ ਦਾ ਪੁਆਇੰਟ ਹੋਣਾ ਚਾਹੀਦਾ। ਸੈਂਟੈਂਸਸ ਸ਼ੁੱਡ ਬੀ ਸ਼ਾਰਟ, ਬਹੁਤ ਹੀ ਛੋਟੇ ਛੋਟੇ ਤੁਸੀਂ ਸੈਂਟੈਂਸਸ ਲਿਖਣੇ ਆ ਔਰ ਗ੍ਰਾਮੈਟਿਕਲੀ ਐਕੂਰੇਟ ਹੋਣੇ ਚਾਹੀਦੇ ਆ ਬੇਟਾ। ਪਤਾ ਲੱਗਣਾ ਚਾਹੀਦਾ ਕਿ ਜੋ ਕੰਪੀਟੀਸ਼ਨ ਹੈ ਅੱਜ ਹੋ ਰਿਹਾ ਹੈ ਜਾਂ ਕੱਲ ਨੂੰ ਹੋਊਗਾ, ਫਿਊਚਰ 'ਚ ਹੋ ਰਿਹਾ ਹੈ, ਹਾਲੇ ਉਹਦੇ 'ਚ 2 ਦਿਨ ਪਏ ਹੈ, ਜਾਂ ਕਦੋਂ ਸਾਡੇ ਵਿਲ ਬੀ ਸ਼ੈਲ ਬੀ ਤੋਂ ਪਤਾ ਲੱਗ ਸਕਦਾ ਹੈ, ਇਜ਼ ਵਾਜ਼ ਤੋਂ ਪਤਾ ਲੱਗ ਸਕਦਾ ਹੈ ਕਿ ਐਕਟੀਵਿਟੀ ਪ੍ਰੈਜ਼ੈਂਟ 'ਚ ਹੋਣੀ ਹੈ, ਪਾਸਟ 'ਚ ਹੋਣੀ ਹੈ, ਫਿਊਚਰ 'ਚ ਹੋਣੀ ਹੈ। ਦੂਸਰਾ, ਨੋਟਿਸ ਦੇ ਵਿੱਚ ਆਈ, ਵੀ, ਦੇ ਇਸ ਤਰ੍ਹਾਂ ਦੇ ਜੋ ਪ੍ਰੋਨਾਊਨਸ ਆ ਉਹ ਘੱਟ ਯੂਜ਼ ਕਰਨੇ ਆ। these should be in the passive voice। ਜਿਸ ਤਰ੍ਹਾਂ a singing competition is going to be held, ਇਹ passive voice ਹੈ। ਤਾਂ I am going to organize a singing competition, ਇਹ ਲਾਈਨ ਬਹੁਤ ਹੀ ਖਰਾਬ ਹੈ, ਇਹ ਨੋਟਿਸ 'ਚ ਨਹੀਂ ਯੂਜ਼ ਹੋਣੀ ਚਾਹੀਦੀ। ਯਾਨੀ ਕਿ ਆਈ, ਵੀ, ਯੂ ਇਸ ਤਰ੍ਹਾਂ ਦਾ ਕੁਛ ਯੂਜ਼ ਨਾ ਹੋਵੇ, ਬਲਕਿ ਪੈਸਿਵ ਵੋਇਸ ਦੇ ਵਿੱਚ ਸਿੰਪਲ ਸ਼ਾਰਟ ਸੈਂਟੈਂਸਸ ਹੋਣੇ ਚਾਹੀਦੇ ਆ। ਔਰ ਨੋਟਿਸ ਦੀ ਵਰਡ ਲਿਮਿਟ ਵੀ ਕੋਈ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਹ ਨਹੀਂ ਹੋਣਾ ਚਾਹੀਦਾ ਕਿ ਇੰਨਾ ਲੰਬਾ ਹੋਵੇ ਕਿ ਬੰਦਾ ਤੁਹਾਡਾ ਨੋਟਿਸ ਪੂਰਾ ਪੜ੍ਹੇ ਹੀ ਨਾ। ਸਿਰਫ 40 to 50 ਵਰਡਸ ਹੋਣੇ ਚਾਹੀਦੇ ਆ। ਇੱਥੋਂ ਤੱਕ ਬੇਟਾ ਪੁਆਇੰਟਸ ਸਮਝ ਆ ਗਏ? ਹਾਂਜੀ। Next is bold letters, catchy slogans, striking words and phrases should be used to increase the visual appeal of the notice। ਯਾਨੀ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੋਟਿਸ ਨੂੰ ਸਾਰੇ ਇੱਕਦਮ ਧਿਆਨ ਨਾਲ ਪੜ੍ਹਨ ਲੱਗ ਜਾਣ, ਅਗਰ ਉਸ ਦੇ ਵਿੱਚ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕਰੋਗੇ ਤਾਂ ਓਨਾ ਹੀ ਕੈਚੀ ਹੋ ਜਾਊਗਾ ਤੁਹਾਡਾ ਨੋਟਿਸ। ਉਸ ਦੇ ਵਿੱਚ ਤੁਸੀਂ ਸਲੋਗਨ ਵੀ ਲਿਖ ਸਕਦੇ ਹੋ। ਮੰਨ ਲਓ ਕੋਈ ਅੱਛਾ ਗੁੱਡ ਇਵੈਂਟ ਹੋਣ ਜਾ ਰਿਹਾ ਹੈ ਜਿਹਨੂੰ ਦੇਖ ਕੇ ਸਾਰੇ ਖੁਸ਼ ਹੋਣਗੇ, ਤਾਂ ਅਸੀਂ ਉਸ ਦੇ ਲਈ ਉੱਪਰ ਕਿਸੇ ਵੀ ਤਰ੍ਹਾਂ ਦੇ ਵਰਡਸ, ਐਸੇ ਕੈਚੀ ਵਰਡਸ ਲਿਖ ਦਿੰਦੇ ਹਾਂ ਜਿਹੜੇ ਕਿ ਦੂਸਰੇ ਨੂੰ ਅਟਰੈਕਟ ਕਰਨ। ਜਿਸ ਤਰ੍ਹਾਂ ਕਮ ਕਮ ਕਮ, ਜਾਂ ਮਿਊਜ਼ਿਕ 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 3 ਵਾਰ ਅਸੀਂ ਲਿਖਤਾ। ਜਾਂ ਤੁਸੀਂ ਇਸ ਤੋਂ ਇਲਾਵਾ ਸਟਰਾਈਕਿੰਗ ਵਰਡਸ ਤੋਂ ਇਲਾਵਾ ਫਰੇਜ਼ਸ ਵੀ ਲਿਖ ਸਕਦੇ ਹੋ। ਜਿਸ ਤਰ੍ਹਾਂ ਅਸੀਂ EBC ਦੇ ਜਿਹੜੇ ਨੋਟਿਸ ਡਿਜ਼ਾਈਨ ਕਰਦੇ ਹਾਂ ਉਹਦੇ ਵਿੱਚ ਆਪਾਂ ਕੀ ਲਿਖ ਦਿੰਦੇ ਹਾਂ, ਇੰਗਲਿਸ਼ ਇਜ਼ ਮਾਈ ਕੱਪ ਆਫ ਟੀ, ਇੱਕ ਫਰੇਜ਼ ਹੋ ਗਈ। ਤਾਂ ਬੋਲਡ ਲੈਟਰਸ ਦਾ ਯੂਜ਼ ਕਰੋ, ਕਲੀਅਰ ਪਤਾ ਲੱਗੇ ਕਿ ਇੱਥੇ ਹੈਡਿੰਗ ਸ਼ੁਰੂ ਹੋ ਰਿਹਾ ਹੈ, ਇੱਥੇ ਸਕੂਲ ਆਰਗੇਨਾਈਜੇਸ਼ਨ ਦਾ ਨਾਮ ਲਿਖਿਆ ਹੈ,
ਔਰ ਵਿਜ਼ੂਅਲ ਇੰਪੈਕਟ ਹੈ ਜਿਹੜਾ ਨੋਟਿਸ ਦਾ ਇੰਨਾ ਹੋਣਾ ਚਾਹੀਦਾ ਕਿ ਤੁਹਾਡਾ ਨੋਟਿਸ ਬਹੁਤ ਹੀ ਸਾਫ਼ ਸੁਥਰਾ ਕਲੀਅਰ ਲਿਖਿਆ ਹੋਣਾ ਚਾਹੀਦਾ। ਸਟੈਂਡਰਡ ਐਬਰੀਵੀਏਸ਼ਨਸ ਆਰ ਅਲਾਉਡ, ਮੀਨਸ ਅਗਰ ਤੁਸੀਂ ਚਾਹੁੰਦੇ ਹੋ ਕਿ ਕੋਈ ਸ਼ਾਰਟ ਫਾਰਮ ਯੂਜ਼ ਕਰਨੀ ਹੈ ਤਾਂ ਉਹ ਤੁਸੀਂ ਯੂਜ਼ ਕਰ ਸਕਦੇ ਹੋ ਨੋਟਿਸ ਦੇ ਵਿੱਚ। ਜਦੋਂ ਨੋਟਿਸ ਲਿਖਣ ਲੱਗੇ ਹੋ ਸਭ ਤੋਂ ਪਹਿਲੇ ਤੁਸੀਂ ਲਿਖੋਗੇ ਨੇਮ ਆਫ ਦ ਆਰਗੇਨਾਈਜੇਸ਼ਨ ਫੋਲੋਡ ਬਾਈ ਦਾ ਟਾਈਟਲ ਨੋਟਿਸ। ਸੋ ਤੁਸੀਂ ਦੇਖ ਰਹੇ ਹੋ ਫਾਰਮੈਟ ਆਫ ਅ ਨੋਟਿਸ ਤੁਹਾਡੇ ਸਾਹਮਣੇ ਹੈ। ਉਸ ਦੇ ਵਿੱਚ ਸਭ ਤੋਂ ਪਹਿਲਾਂ ਉੱਪਰ ਅਸੀਂ ਕੀ ਲਿਖਿਆ, ਨੇਮ ਆਫ ਦ ਆਰਗੇਨਾਈਜੇਸ਼ਨ। ਮੰਨ ਲਓ ਮੇਰੀ ਆਰਗੇਨਾਈਜੇਸ਼ਨ ਆਫਿਸ ਜਾਂ ਸਕੂਲ, ਇਸ ਦਾ ਨਾਮ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀ ਬਾਗਾ ਮਾਨਸਾ। ਤਾਂ ਮੈਂ ਸਭ ਤੋਂ ਪਹਿਲਾਂ ਉੱਪਰ ਕੈਪੀਟਲ ਲੈਟਰਸ ਦੇ ਵਿੱਚ ਬੋਲਡ ਕਰਕੇ ਬਿਊਟੀਫੁਲ ਤਰੀਕੇ ਨਾਲ ਕੀ ਲਿਖੂੰਗੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀ ਬਾਗਾ। ਠੀਕ ਹੈ, ਪਹਿਲੇ ਤੁਸੀਂ ਪੈਨਸਿਲ ਨਾਲ ਬਾਕਸ ਬਣਾਇਆ, ਫਿਰ ਤੁਸੀਂ ਸਕੂਲ ਦਾ ਨਾਮ ਲਿਖਤਾ। ਸਕੂਲ ਦਾ ਨਾਮ ਵੀ ਤੁਸੀਂ ਇਹ ਦੇਖਣਾ ਹੈ ਕਿ ਅਗਰ ਤੁਹਾਨੂੰ ਸਟੇਟਮੈਂਟ ਦੇ ਵਿੱਚ ਸਕੂਲ ਦਾ ਨਾਮ ਦੇ ਰੱਖਿਆ ਤਾਂ ਤੁਸੀਂ ਉਹੀ ਲਿਖੋਗੇ। ਮੰਨ ਲਓ ਮੈਨੂੰ ਸਕੂਲ ਦਾ ਨਾਮ ਦੇ ਰੱਖਿਆ ਸਟੇਟਮੈਂਟ 'ਚ, ਸਪੋਜ਼ ਯੂ ਸਟੱਡੀ ਇਨ ਡੀਏਵੀ ਪਬਲਿਕ ਸਕੂਲ ਮਾਨਸਾ, ਤਾਂ ਮੈਂ ਨੋਟਿਸ ਦੇ ਉੱਪਰ ਉਹੀ ਸਕੂਲ ਦਾ ਨਾਮ ਲਿਖੂੰਗੀ ਜੋ ਮੈਨੂੰ ਸਟੇਟਮੈਂਟ 'ਚ ਦਿੱਤਾ। ਅਗਰ ਨਹੀਂ ਦਿੱਤਾ ਤਾਂ ਮੈਂ ਆਪਣੀ ਮਰਜ਼ੀ ਨਾਲ ਨਾਮ ਲਿਖ ਦੂੰਗੀ। ਉਸ ਤੋਂ ਬਾਅਦ ਆ ਜਾਓ ਲੈਫਟ ਸਾਈਡ, ਤੁਸੀਂ ਦੇਖ ਰਹੇ ਹੋ ਡੇਟ ਲਿਖਣੀ ਹੈ। ਤੁਸੀਂ ਡੇਟ ਲਿਖੋਗੇ ਬਿਲਕੁਲ ਲੈਫਟ ਸਾਈਡ, ਲੇਕਿਨ ਸੈਂਟਰ 'ਚ ਤੁਸੀਂ ਕੀ ਲਿਖ ਰਹੇ ਹੋ, ਸੇਮ ਲਾਈਨ 'ਚ ਸੈਂਟਰ 'ਚ ਕੀ ਲਿਖ ਰਹੇ ਹੋ, ਕੀ ਪੜ੍ਹ ਰਹੇ ਹੋ ਬੇਟੇ ਤੁਸੀਂ, ਸੈਂਟਰ 'ਚ ਕੀ ਲਿਖਿਆ ਹੈ? ਹਾਂ, ਸੈਂਟਰ 'ਚ ਤੁਸੀਂ ਇਹ ਸ਼ਬਦ ਲਿਖੋਗੇ ਨੋਟਿਸ, ਤਾਂ ਕਿ ਸਭ ਨੂੰ ਪਤਾ ਲੱਗ ਜੇ ਕਿ ਇਸ ਸਕੂਲ ਦਾ ਇਹ ਨੋਟਿਸ ਹੈ। ਫਿਰ ਤੁਸੀਂ ਨੀਚੇ ਲਿਖੋਗੇ ਹੈਡਿੰਗ। ਹੈਡਿੰਗ ਫॉर एग्जांपल ਮੈਂ ਉੱਪਰ ਐਗਜ਼ਾਮਪਲ ਦਿੱਤੀ ਸੀ, ਸਿੰਗਿੰਗ ਕੰਪੀਟੀਸ਼ਨ ਜਾਂ ਸਪੀਚ ਕੰਪੀਟੀਸ਼ਨ ਜਾਂ ਰੈਸਲਿੰਗ ਮੈਚेस ਜਾਂ ਡੈਕਲੇਮੇਸ਼ਨ ਕੰਟੈਸਟ ਜਾਂ ਪੇਂਟਿੰਗ ਕੰਟੈਸਟ, ਕੁਝ ਵੀ ਹੋ ਸਕਦਾ ਹੈ। ਉਹ ਸਾਡੀ ਹੈਡਿੰਗ 'ਚ ਹੀ ਆ ਜਾਣਾ ਚਾਹੀਦਾ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਜਾਏ ਕਿ ਇਸ ਟੌਪਿਕ ਤੇ ਗੱਲ ਹੋਣ ਜਾ ਰਹੀ ਹੈ। ਫਿਰ ਤੁਸੀਂ ਲਿਖੋਗੇ ਕੰਟੈਂਟ ਔਰ ਬੋਡੀ ਆਫ ਦਾ ਨੋਟਿਸ, ਜਿਸ ਦੇ ਵਿੱਚ ਆਪਾਂ ਪਹਿਲਾਂ ਹੀ ਡਿਸਕਸ ਕਰ ਲਿਆ ਕੀ ਇਵੈਂਟ ਹੈ, ਕਿੱਥੇ ਹੋਣਾ ਹੈ, ਕਿੰਨੇ ਵਜੇ ਹੋਣਾ ਹੈ, ਕਿਹਨੇ ਪਹੁੰਚਣਾ ਹੈ ਔਰ ਕਿਸ ਦੇ ਨਾਲ ਕੰਟੈਕਟ ਕੀਤਾ ਜਾਏ। ਲਾਸਟ ਦੇ ਵਿੱਚ ਤੁਸੀਂ ਲਿਖੋਗੇ ਸਿਗਨੇਚਰ, ਨੇਮ ਐਂਡ ਡੈਜ਼ਿਗਨੇਸ਼ਨ। ਪਹਿਲੇ ਸਾਈਨ ਹੋਣਗੇ, ਉਸ ਦੇ ਨੀਚੇ ਨਾਮ ਹੋਊਗਾ ਕੈਪੀਟਲ ਲੈਟਰਸ 'ਚ, ਉਸ ਦੇ ਨੀਚੇ ਡੈਜ਼ਿਗਨੇਸ਼ਨ ਲਿਖਿਆ ਜਾਊਗਾ, ਯਾਨੀ ਕਿ ਇੰਗਲਿਸ਼ ਟੀਚਰ ਜਾਂ ਪ੍ਰਿੰਸੀਪਲ ਜਾਂ ਹੈਡ ਗਰਲ ਜਾਂ ਹੈਡ ਬॉय। ਓਕੇ, ਸਮਝ ਆ ਗਿਆ ਬੇਟਾ? ਸ ਹਾਂਜੀ, ਹੁਣ ਦੇਖੋ ਆਪਣੇ ਸਾਹਮਣੇ ਸੈਂਪਲ ਨੋਟਿਸ ਹੈ। ਇੱਕ ਸੈਂਪਲ ਨੋਟਿਸ ਦੇ ਵਿੱਚ ਦੇਖੋ ਸਭ ਤੋਂ ਪਹਿਲੇ ਤੁਸੀਂ ਇਹ ਸਟੇਟਮੈਂਟ ਪੜ੍ਹੋ। ਕੌਣ ਪੜੂਗਾ? ਚਲੋ ਮੈਂ ਹੀ ਪੜ੍ਹ ਦਿੰਦੀ ਹਾਂ। ਯੂ ਆਰ ਪ੍ਰੇਮ। ਸੋ ਸਾਨੂੰ ਇਹ ਪਤਾ ਲੱਗ ਗਿਆ, ਅਸੀਂ ਬਿਲਕੁਲ ਐਂਡ ਤੇ ਸਿਗਨੇਚਰ ਕਿਸ ਦੇ ਕਰਨੇ ਆ, ਪ੍ਰੇਮ ਦੇ। ਦ ਕਲਚਰਲ ਸੈਕਟਰੀ, ਡੈਜ਼ਿਗਨੇਸ਼ਨ ਵੀ ਸਾਨੂੰ ਪਤਾ ਲੱਗਿਆ ਕੀ ਲਿਖਾਂਗੇ, ਸੈਕਟਰੀ ਆਫ ਡੀਏਵੀ ਪਬਲਿਕ ਸਕੂਲ ਜਲੰਧਰ। ਸਾਨੂੰ ਇਹ ਪਤਾ ਲੱਗ ਗਿਆ, ਹੁਣ ਅਸੀਂ ਟੌਪ ਤੇ ਆਪਣੇ ਨੋਟਿਸ ਦੇ ਕੀ ਲਿਖਣਾ, ਡੀਏਵੀ ਪਬਲਿਕ ਸਕੂਲ ਜਲੰਧਰ। You have been asked to inform students of class 11th and 12th about an inter-school dramatics competition। ਤਾਂ ਹੁਣ ਇਹ ਨੋਟਿਸ ਸਾਰਿਆਂ ਲਈ ਨਹੀਂ ਹੈ, ਕਿਹਦੇ ਲਈ ਹੈ, ਸਿਰਫ 11th ਔਰ 12th ਦੇ ਸਟੂਡੈਂਟਸ ਲਈ। ਹਾਂਜੀ, ਇਵੈਂਟ ਕੀ ਹੈ, ਡਰਾਮੈਟਿਕਸ ਕੰਪੀਟੀਸ਼ਨ ਹੋ ਰਿਹਾ ਜੀ। ਔਰ ਡਰਾਮੈਟਿਕਸ ਕੰਪੀਟੀਸ਼ਨ ਵੀ ਕੀ ਹੋ ਰਿਹਾ, ਇੰਟਰ ਸਕੂਲ, ਅਲੱਗ-ਅਲੱਗ ਸਕੂਲਾਂ ਦੇ ਵਿੱਚ ਹੋ ਰਿਹਾ। So draft a notice in not more than 50 words for the students notice board with all important details। ਸੋ ਆਪਾਂ ਸਾਰੀਆਂ ਡਿਟੇਲਸ ਦੇਣੀਆਂ ਨੇ, ਕਿਹੜੀ ਕਲਾਸ ਦੇ ਬੱਚਿਆਂ ਨੇ ਕੰਪੀਟੀਸ਼ਨ 'ਚ ਆਉਣਾ ਹੈ, ਕਿੱਥੇ ਆਉਣਾ ਹੈ, ਕਿੰਨੇ ਵਜੇ ਆਉਣਾ ਹੈ। ਸੋ ਅਸੀਂ ਸਭ ਤੋਂ ਪਹਿਲਾਂ ਕੀ ਲਿਖਿਆ, ਡੀਏਵੀ ਪਬਲਿਕ ਸਕੂਲ ਜਲੰਧਰ। ਦੂਸਰੀ ਚੀਜ਼ ਕੀ ਲਿਖੀ, ਨੋਟਿਸ। ਫਿਰ ਅਸੀਂ ਲਿਖਤੀ ਡੇਟ। ਡੇਟ ਲਿਖਣ ਦਾ ਸਟਾਈਲ ਨੋਟ ਕਰੋ। ਸਭ ਤੋਂ ਪਹਿਲੇ ਮੰਥ ਦਾ ਨੇਮ, ਯਾਨੀ ਕਿ ਹੁਣ ਦਸੰਬਰ ਚੱਲ ਰਿਹਾ ਤਾਂ ਅਸੀਂ ਕੀ ਲਿਖਾਂਗੇ, ਦਸੰਬਰ 10। ਫਿਰ ਕੋਮਾ, ਫਿਰ 2020। ਉਸ ਤੋਂ ਬਾਅਦ ਅਸੀਂ ਹੈਡਿੰਗ ਲਿਖ ਰਹੇ ਹਾਂ, ਡਰਾਮੈਟਿਕਸ ਕੰਪੀਟੀਸ਼ਨ ਆਡੀਸ਼ਨ। ਇਹ ਆਡੀਸ਼ਨ ਲਈ ਨੋਟਿਸ ਹੈ, ਅਸੀਂ ਨਾਲ ਆਡੀਸ਼ਨ ਲਿਖਤਾ। ਆਡੀਸ਼ਨ ਕੀ ਹੁੰਦੀ ਹੈ, ਟੈਸਟਿੰਗ ਹੁੰਦੀ ਹੈ। ਤੁਹਾਡੇ ਤੋਂ ਥੋੜਾ ਜਿਹਾ ਪੀਸ ਆਫ ਆਰਟ ਕਰਵਾ ਕੇ ਦੇਖਿਆ ਜਾਂਦਾ ਹੈ, ਅਗਰ ਤੁਸੀਂ ਸਿਲੈਕਟ ਹੋ ਗਏ ਤਾਂ ਤੁਸੀਂ ਕੰਪੀਟੀਸ਼ਨ 'ਚ ਹਿੱਸਾ ਲੈ ਸਕਦੇ ਹੋ। ਇਹਨੂੰ ਆਡੀਸ਼ਨ ਕਹਿੰਦੇ ਆ, ਮੀਨਸ ਸਿਲੈਕਸ਼ਨ ਕਰਨਾ। ਫਿਰ ਅਸੀਂ ਅੱਗੇ ਆਪਣਾ ਸਾਰਾ ਕੰਟੈਂਟ ਲਿਖ ਦਾਂਗੇ, ਐਨ ਇੰਟਰ ਸਕੂਲ ਡਰਾਮੈਟਿਕਸ ਕੰਪੀਟੀਸ਼ਨ
will be held, ਸਭ ਤੋਂ ਪਹਿਲੇ ਅਸੀਂ ਲਿਖਿਆ ਇਵੈਂਟ ਦਾ ਨਾਮ, ਫਿਰ will be ਯਾਨੀ ਕਿ ਇਹ ਹੁਣ ਨਹੀਂ ਹੋ ਰਿਹਾ, ਕੁਝ ਸਮੇਂ ਬਾਅਦ ਹੋ ਰਿਹਾ, ਫਿਊਚਰ 'ਚ ਹੋ ਰਿਹਾ। ਕਦੋਂ? ਫਿਰ ਆਪਾਂ ਡੇਟ ਲਿਖਾਂਗੇ ਔਨ 23rd October 2020। ਤਾਂ ਇੱਥੇ ਅਕਤੂਬਰ ਲਿਖਿਆ, ਅਸੀਂ ਹੁਣ ਦਸੰਬਰ ਚੱਲ ਰਹੇ ਹਾਂ, ਅਸੀਂ ਜਨਵਰੀ ਦਾ ਟਾਈਮ ਦੇ ਸਕਦੇ ਹਾਂ। ਫਿਰ ਅਸੀਂ ਜਗ੍ਹਾ ਦੱਸਾਂਗੇ ਐਟ ਦੇਸ਼ ਭਗਤ ਹਾਲ, ਸਾਡੇ ਸਕੂਲ 'ਚ ਕੋਈ ਹਾਲ ਹੈ ਦੇਸ਼ ਭਗਤ ਹਾਲ। ਫਿਰ ਅਸੀਂ ਅਨਾਉਂਸ ਕਰਾਂਗੇ ਕਿ ਆਡੀਸ਼ਨ ਹੋਣੀ ਹੈ, ਐਨ ਆਡੀਸ਼ਨ ਵਿਲ ਬੀ ਹੈਲਡ ਟੂ ਸਿਲੈਕਟ ਸਟੂਡੈਂਟਸ ਫॉर द ਸਕੂਲ ਟੀਮ, ਕਿਉਂਕਿ ਇਹ ਇੰਟਰ ਸਕੂਲ ਕੰਪੀਟੀਸ਼ਨ ਹੈ। ਤਾਂ ਅਸੀਂ ਆਪਣੇ ਸਕੂਲ ਦੀ ਟੀਮ ਚੁਣਨ ਲਈ ਪਹਿਲਾਂ ਹੀ ਆਡੀਸ਼ਨ ਕਰਕੇ ਪਹਿਲਾਂ ਹੀ ਕੈਂਡੀਡੇਟਸ ਨੂੰ ਚੁਣਾਂਗੇ। ਇੰਟਰਸਟਿਡ ਕੈਂਡੀਡੇਟਸ ਮੇ ਗਿਵ देयर ਨੇਮਸ ਟੂ ਦ ਅੰਡਰਸਾਈਨਡ, ਅੰਡਰਸਾਈਨਡ ਦਾ ਮਤਲਬ ਜਿਹਦੇ ਵੱਲੋਂ ਇਹ ਨੋਟਿਸ ਲਿਖਿਆ ਗਿਆ। ਸੋ ਜਿਹਦੇ ਵੱਲੋਂ ਇਹ ਨੋਟਿਸ ਲਿਖਿਆ ਗਿਆ ਸਾਰੇ ਬੱਚੇ ਉਸਨੂੰ ਆਪਣੇ ਨਾਂ ਦੇਣਗੇ। ਇੰਟਰਸਟਿਡ ਕੈਂਡੀਡੇਟਸ ਮੇ ਗਿਵ देयर ਨੇਮਸ ਟੂ ਦ ਅੰਡਰਸਾਈਨਡ, ਦ ਡੀਟੇਲਸ ਆਰ ਐਜ਼ ਗਿਵਨ ਬਿਲੋ। ਹੁਣ ਅਸੀਂ ਉਹਨਾਂ ਨੂੰ ਸਾਰੀ ਡਿਟੇਲ ਦੇਵਾਂਗੇ। ਸਭ ਤੋਂ ਪਹਿਲੇ ਲਿਖ ਦਿਓ ਡੇਟ, ਕੋਲਨ ਪਾ ਕੇ ਫਿਰ ਪੂਰੀ ਡੇਟ ਪ੍ਰੋਪਰਲੀ ਮੈਂਸ਼ਨ ਕਰ ਸਕਦੇ ਹੋ ਤੁਸੀਂ, ਜਿਸ ਤਰ੍ਹਾਂ 10/12/2020 ਲਿਖ ਸਕਦੇ ਹੋ। ਫਿਰ ਤੁਸੀਂ ਮੈਂਸ਼ਨ ਕਰੋਗੇ ਟਾਈਮ 11 AM ਇਜ਼ ਗੁੱਡ। ਦੈਨ ਵੈਨਿਊ, ਆਪਾਂ ਉੱਪਰ ਵੀ ਦੱਸਤਾ ਵੈਨਿਊ ਹੁੰਦਾ ਹੈ ਕਿਸ ਜਗ੍ਹਾ ਤੇ ਇਹ ਕੰਪੀਟੀਸ਼ਨ ਹੋਣਾ, ਦੇਸ਼ ਭਗਤ ਹਾਲ। ਐਲੀਜੀਬਿਲਿਟੀ ਯਾਨੀ ਕਿ ਕੌਣ ਆ ਸਕਦਾ, ਕਿਸ ਦੇ ਲਈ ਹੈ ਇਹ, ਕਲਾਸ 11th and 12th। ਲਾਸਟ ਡੇਟ ਆਫ ਸਬਮਿਸ਼ਨ ਆਫ ਨੇਮਸ, ਹੁਣ ਅਸੀਂ ਲਾਸਟ ਤੱਕ ਥੋੜੀ ਨਾ ਨਾਮ ਲਈ ਜਾਵਾਂਗੇ, ਮੀਨਸ 23 ਅਕਤੂਬਰ ਤੱਕ ਥੋੜੀ ਨਾਮ ਲਈ ਜਾਵਾਂਗੇ। ਤਾਂ ਅਸੀਂ ਇੱਥੇ ਕੀ ਕਹਿ ਰਹੇ ਹਾਂ ਕਿ ਤੁਸੀਂ ਆਪਣਾ ਨਾਮ ਕਦੋਂ ਤੱਕ ਦੇ ਸਕਦੇ ਹੋ, ਸਿਰਫ 3 ਅਕਤੂਬਰ ਤੱਕ। ਲਾਸਟ ਦੇ ਵਿੱਚ ਪ੍ਰੇਮ ਦੇ ਸਾਈਨ ਹੋ ਗਏ, ਪ੍ਰੇਮ ਵਰਮਾ ਨਾਮ ਹੋ ਗਿਆ ਕੈਪੀਟਲ ਲੈਟਰਸ 'ਚ, ਔਰ ਨੀਚੇ ਉਸਦਾ ਡੈਜ਼ਿਗਨੇਸ਼ਨ ਹੋ ਗਿਆ ਕਿ ਕੌਣ ਹੈ ਪ੍ਰੇਮ ਵਰਮਾ। ਸਮਝ ਆ ਗਿਆ ਬੇਟਾ ਨੋਟਿਸ ਰਾਈਟਿੰਗ? ਪੇਪਰ ਲਈ 1 ਸੈਕਿੰਡ ਕਰ ਲਓ, ਥਰਡ ਕਰ ਲਓ, ਫੋਰਥ, ਫਿਫਥ, ਮਤਲਬ ਜਿਹੜੇ ਸੋਲਡ ਨੇ ਨਾ ਉਹ ਤੁਸੀਂ ਇੱਕ ਵਾਰ ਪੜ੍ਹ ਹੀ ਲਓ ਸਾਰੇ, ਬਸ 10 ਹੀ ਨੇ ਨਾ। ਯਾਨੀ ਕਿ ਅਗਰ 10 ਚੋਂ ਤੁਸੀਂ ਕੋਈ 7 ਜਾਂ 8 ਕਰ ਲਓਗੇ, 7 ਵੀ ਕਰ ਲਓਗੇ ਤਾਂ ਉਹਦੇ ਵਿੱਚੋਂ ਇੱਕ ਆ ਜਾਊਗਾ, ਹਨਾ। ਫਸਟ 7 ਕਰ ਲਓ ਬਸ, ਫਸਟ 7 ਚੋਂ ਇੱਕ ਆ ਜਾਊਗਾ ਨੋਟਿਸ। ਔਰ ਨੋਟਿਸ ਅਕਸਰ ਜ਼ਿਆਦਾ ਆਉਂਦਾ ਹੈ ਐਜ਼ ਕੰਪੇਅਰ ਟੂ ਅਦਰ ਥਿੰਗਸ, ਕਿਉਂਕਿ ਨੋਟਿਸ ਕਾਫੀ ਇੰਪੋਰਟੈਂਟ ਚੀਜ਼ ਆ ਔਰ ਬੱਚਿਆਂ ਲਈ ਬਹੁਤ ਵਧੀਆ ਤਰੀਕੇ ਨਾਲ ਹੈ। ਤੇ ਹੁਣ ਇਹ ਸਾਰੇ ਤੁਸੀਂ ਆਪਣੇ ਪੜ੍ਹ ਲੈਣਾ। ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਤੁਸੀਂ ਮੈਨੂੰ ਸ਼ਾਰਟ ਮੈਸੇਜ ਨਾਲ ਪੁੱਛ ਸਕਦੇ ਹੋ। ਐਨੀਥਿੰਗ ਐਲਸ? ਬਸ ਠੀਕ ਹੈ, ਓਕੇ। ਮੀਨਿੰਗ ਆਫ ਮੋਨੋਪਲੀ? ਮੋਨੋਪਲੀ ਹੁੰਦਾ ਬੇਟਾ ਏਕਾਧਿਕਾਰ, ਜਦੋਂ ਕਿਸੇ ਇੱਕ ਜਣੇ ਦਾ ਅਧਿਕਾਰ ਹੋ ਜਾਂਦਾ ਮੋਨੋਪਲੀ। ਮੰਨ ਲਓ ਮੇਰੀ ਮਾਰਕੀਟ ਦੇ ਵਿੱਚ ਇੱਕ ਸ਼ਾਪ ਹੈ ਔਰ ਮੇਰਾ ਬਿਜ਼ਨਸ ਇੰਨਾ ਚੱਲ ਪਿਆ, ਇੰਨਾ ਚੱਲ ਪਿਆ ਕਿ ਉਹਦੇ ਨੇੜੇ ਤੇੜੇ ਜਿਹੜੀਆਂ ਮੇਰੇ ਤਰ੍ਹਾਂ ਹੋਰ ਬਿਜ਼ਨਸ ਕਰ ਲਿਆ, ਮੰਨ ਲਓ ਮੇਰੀ ਕਲੋਥ ਸ਼ਾਪ ਹੈ, ਬਾਕੀ ਕਲੋਥ ਸ਼ਾਪਸ ਤੇ ਕੋਈ ਆਂਦਾ ਹੀ ਨਹੀਂ, ਮੇਰੀ ਸ਼ਾਪ ਤੇ ਹੀ ਆਈ ਜਾਂਦੇ ਆ। ਤਾਂ ਉਸ ਜਗ੍ਹਾ ਤੇ ਮੇਰੀ ਕੀ ਬਣ ਗਈ, ਮੋਨੋਪਲੀ। ਏਕਾ ਅਧਿਕਾਰ, ਮੇਰਾ ਕੱਲੀ ਦਾ ਅਧਿਕਾਰ ਬਣ ਗਿਆ ਉਸ ਜਗ੍ਹਾ ਤੇ, ਮੋਨੋਪਲੀ ਹੋ ਗਈ ਮੇਰੀ। ਦਿਸ ਇਜ਼ ਨੋਨ ਐਜ਼ ਮੋਨੋਪਲੀ। ਰਿਸਾਈਟਡ ਹੁੰਦਾ ਹੈ ਕਵਿਤਾ ਨੂੰ ਗੁਣਗੁਣਾਣਾ ਜਾਂ ਪੜ੍ਹਨਾ, ਕਵਿਤਾ ਬੋਲਣੀ, that is recitation। Any other thing class? ਹੁਣ ਤੁਹਾਡਾ 80 ਮਾਰਕਸ ਦਾ ਰੈਡੀ ਹੈ? ਵੈਰੀ ਗੁੱਡ। ਤੁਸੀਂ ਨਾ ਜੋ ਵੀ ਮੈਸੇਜ ਰਾਈਟਿੰਗ ਵੀ ਪੜ੍ਹਨਾ ਹੈ, ਮੈਸੇਜ ਰਾਈਟਿੰਗ ਦੀ ਵੀਡੀਓ ਵੀ ਪਾ ਦੂੰਗੀ ਮੈਂ ਤੁਹਾਨੂੰ। ਮੈਸੇਜ ਰਾਈਟਿੰਗ ਹੋ ਗਿਆ ਜਾਂ ਨੋਟ ਮੇਕਿੰਗ, ਇਹਦੀ ਵੀ ਵੀਡੀਓ ਮੈਂ ਤੁਹਾਨੂੰ ਪਾ ਦੂੰਗੀ, ਜਾਂ ਨੋਟਿਸ ਰਾਈਟਿੰਗ। ਇਹ ਤਿੰਨ ਚੀਜ਼ਾਂ ਤਿਆਰ ਕਰ ਲਓ। ਐਡਵਰਟੀਜ਼ਮੈਂਟ ਦੀ ਬਜਾਏ ਇਹਨਾਂ ਤਿੰਨਾਂ ਨੂੰ ਤਿਆਰ ਕਰ ਲਓ। ਇਹ ਬਰੀਫ ਹੁੰਦੇ ਆ, ਐਡਵਰਟੀਜ਼ਮੈਂਟ ਦੇ ਮੁਕਾਬਲੇ ਈਜ਼ੀ ਹੁੰਦੇ ਆ। ਔਰ ਇਹਦੇ ਵਿੱਚੋਂ ਤੁਹਾਨੂੰ ਕੋਈ ਦੋ ਆਣੇ ਆ, ਦੋ ਚੋਂ ਤੁਸੀਂ ਕੋਈ ਇੱਕ ਕਰਨਾ। ਸੋ ਤਿੰਨ ਕਰਕੇ ਤੁਹਾਡਾ ਕੰਮ ਚੱਲ ਜਾਏਗਾ, ਨੋਟਿਸ ਰਾਈਟਿੰਗ, ਨੋਟ ਮੇਕਿੰਗ, ਮੈਸੇਜ ਰਾਈਟਿੰਗ। ਮੈਸੇਜ ਰਾਈਟਿੰਗ ਜੋ ਹੈ,
ਤੇ ਨੋਟ ਮੇਕਿੰਗ, ਨੋਟਿਸ ਰਾਈਟਿੰਗ, ਇਹ ਸਾਰੇ ਨਾ ਟੂ ਦਾ ਪੁਆਇੰਟ ਹੋਣੇ ਚਾਹੀਦੇ ਆ ਬੇਟਾ। ਇਸ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਕੁਝ ਨਹੀਂ ਲਿਖਣਾ। ਸੋ ਉਹਨਾਂ ਦੋਨਾਂ ਦੀਆਂ ਮੈਂ ਵੀਡੀਓਜ਼ ਪਾ ਦੂੰਗੀ, ਤੇ ਐਡਵਰਟੀਜ਼ਮੈਂਟ ਨੂੰ ਚਾਹੇ ਤੁਸੀਂ ਛੱਡ ਵੀ ਸਕਦੇ ਹੋ, ਤੇ ਆਪਸ਼ਨ ਦੇ ਵਿੱਚ ਇਹ ਤਿੰਨ ਚੀਜ਼ਾਂ ਤੁਹਾਡੀਆਂ ਕਵਰ ਹੋ ਜਾਣਗੀਆਂ। ਔਰ ਜਦੋਂ ਤੁਸੀਂ ਪੜ੍ਹਨ ਲੱਗੋ, ਇਸ ਗ੍ਰਾਮਰ ਚੋਂ ਹੀ ਪੜ੍ਹਨਾ ਹੈ। ਗ੍ਰਾਮਰ ਤੁਹਾਡੇ ਸਾਰਿਆਂ ਕੋਲ ਹੈਗੀ ਹੈ, ਹਰ ਸਕੂਲ ਨੇ ਇਸ਼ੂ ਕੀਤੀ ਹੈ। ਸੋ ਉਸ ਗ੍ਰਾਮਰ ਦੇ ਵਿੱਚੋਂ ਸੋਲਵਡ ਐਕਸਰਸਾਈਜ਼ਸ ਪੜ੍ਹ ਲਿਓ, ਸੋਲਵਡ ਦੇ ਵਿੱਚੋਂ ਹੀ ਪੇਪਰ ਜ਼ਿਆਦਾ ਆਊਗਾ। ਅਨਸੋਲਵਡ ਤਾਂ ਆਪਣਾ ਲਗਭਗ ਰਿਡਿਊਸ ਹੋ ਗਿਆ, ਲਗਭਗ ਹਰ ਐਕਸਰਸਾਈਜ਼ ਅਨਸੋਲਵਡ ਕੱਟੀਆਂ ਗਈਆਂ। ਸੋ ਸੋਲਵ ਦੇ ਵਿੱਚੋਂ ਵੀ ਅਗਰ ਤੁਸੀਂ 50% ਤੋਂ ਉੱਪਰ ਥੋੜਾ ਜਿਹਾ ਕਰ ਲੈਂਦੇ ਹੋ, ਉਹਦੇ ਵਿੱਚ ਹੀ ਸੰਭਾਵਨਾ ਬਣ ਜਾਂਦੀ ਹੈ ਕਿ ਇੱਕ ਚੀਜ਼ ਆ ਜਾਊਗੀ। ਯਾਨੀ ਕਿ ਅਗਰ ਕੋਈ ਚੀਜ਼ਾਂ 10 ਨੇ ਤਾਂ ਤੁਸੀਂ 6-7 ਵੀ ਕਰ ਲਓਗੇ, ਉਸ ਚੋਂ ਇੱਕ ਆ ਹੀ ਜਾਣੀ ਹੁੰਦੀ ਹੈ। ਠੀਕ ਹੈ ਨਾ, ਇਸ ਸਟ੍ਰੈਟਜੀ ਨਾਲ ਪੜ੍ਹ ਲਿਆ ਕਰੋ। ਜਦੋਂ ਟਾਈਮ ਜ਼ਿਆਦਾ ਹੋਵੇ ਉਦੋਂ ਸਾਰਾ ਕੁਝ ਪੜ੍ਹੋ। ਵੌਇਸ ਨਰੇਸ਼ਨ, ਵੌਇਸ ਵੀ ਕਰਵਾਤੀ, ਟੈਂਸ ਵੀ ਕਰਵਾਤੇ ਤੁਹਾਨੂੰ ਰਿਵਾਈਜ਼, ਔਰ ਨਰੇਸ਼ਨ ਦੀਆਂ ਸਾਰੀਆਂ ਵੀਡੀਓਜ਼ ਉਹ ਮੈਂ ਕਰਵਾ ਵੀ ਚੁੱਕੀ ਹਾਂ ਤੁਹਾਨੂੰ। ਬਾਕੀ ਆਰਟ ਆਫ ਟਰਾਂਸਲੇਸ਼ਨ ਦੇ ਵਿੱਚ 100 ਸੈਂਟੈਂਸਿਸ ਹੀ ਨੇ, ਉਹ ਕਈ ਵਾਰ ਪੜ੍ਹ ਲਿਆ ਆਪਾਂ, ਉਹਦੀ ਬਹੁਤ ਰਿਵੀਜ਼ਨ ਹੋ ਚੁੱਕੀ ਹੈ। ਰਿਮੂਵਲ ਐਂਡ ਯੂਜ਼ ਆਫ ਟੂ ਐਂਡ ਟੂ, ਇਹਨੂੰ ਵੀ ਮੈਂ 2 ਵਾਰ ਰਿਵਾਈਜ਼ ਕਰਵਾ ਚੁੱਕੀ ਹਾਂ। ਪ੍ਰੈਪੋਜੀਸ਼ਨਸ ਦਾ ਵੈਰੀ ਈਜ਼ੀ, ਤੁਹਾਨੂੰ ਪਤਾ ਹੀ ਹੁੰਦਾ, ਇਨ, ਔਨ, ਇਨਟੂ, ਅਪੋਨ, ਇਹਦਾ ਵੀ ਮੈਂ ਇੱਕ ਦਿਨ ਸੈਸ਼ਨ ਲਗਾਤਾ ਸੀ। ਮੋਡਲਸ, ਵਿਲ, ਸ਼ੈਲ, ਸ਼ੁਡ, ਵੁਡ, ਮੇ, ਮਾਈਟ, ਡੈਸ਼ ਆਈ ਕਮ ਇਨ, ਮੇ ਆਈ ਕਮ ਇਨ, ਇੰਨਾ ਈਜ਼ੀ ਹੁੰਦਾ। ਡਿਟਰਮੀਨਰਸ ਵੀ ਕੱਲ ਮੈਂ ਤੁਹਾਨੂੰ ਸਮਝਾਤੇ ਸੀ। ਐਨੀਥਿੰਗ ਐਲਸ, ਐਨੀ ਅਦਰ ਇਸ਼ੂ, ਜਾਂ ਕਲਾਸ ਓਵਰ ਕਰੀਏ ਆਪਾਂ? ਓਕੇ ਆ ਬੇਟਾ ਵੇ? ਹਾਂਜੀ। ਯੂ ਡੈਸ਼ ਯੂ ਸ਼ੁਡ, ਯੂ ਸ਼ੁਡ ਡੂ ਐਜ਼ ਯੂ ਆਰ ਟੋਲਡ, ਤੁਹਾਨੂੰ ਉਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਜਿਵੇਂ ਤੁਹਾਨੂੰ ਕਿਹਾ ਜਾ ਰਿਹਾ ਹੈ। ਐਨੀ ਅਦਰ ਕੁਐਸਚਨ? ਓਕੇ ਬੱਚੇ, ਸਾਰੇ ਸਟੂਡੈਂਟਸ ਕੀ ਕਹਿ ਰਹੇ ਆ? ਓਕੇ ਕਰੀਏ, ਕਲਾਸ ਓਵਰ ਕਰੀਏ? ਓਏ ਹੋਏ, ਆ ਵਿਚਾਰੇ ਐਡਮਿਟ ਹੋਣ ਤੋਂ ਹੀ ਰਹਿ ਗਏ। ਚਲੋ ਹੁਣ ਤੁਸੀਂ ਦੁਬਾਰਾ ਦੇਖਣਾ, ਦੇਖ ਲਓ, ਮੈਂ ਇਹਨਾਂ ਨੂੰ ਵੀ ਥੋੜਾ ਜਿਹਾ ਐਂਟਰਟੇਨ ਕਰ ਲਾਂ, ਜਿਹੜੇ ਵਿਚਾਰੇ ਰਹਿ ਹੀ ਗਏ ਸੀ। ਯੈਸ ਸਟੂਡੈਂਟਸ, ਗੁੱਡ ਇਵਨਿੰਗ। ਜੋ ਲੇਟ ਐਡਮਿਟ ਹੋਏ ਆ, ਐਕਚੁਅਲੀ ਮੇਰੀ ਸਕਰੀਨ ਸ਼ੇਅਰ ਚੱਲ ਰਹੀ ਸੀ ਤੇ ਐਡਮਿਟ ਹੋ ਨਹੀਂ ਪਾਏ ਬੱਚੇ। ਹਾਂਜੀ ਦੱਸੋ ਜੀ, ਕੀ ਇਸ਼ੂ ਹੈ ਤੁਹਾਡਾ? ਵੈਸੇ ਆਪਾਂ ਕਰ ਚੁੱਕੇ ਸਾਰਾ ਸਿਲੇਬਸ, ਫਿਰ ਵੀ ਜੇ ਤੁਸੀਂ ਕੁਝ ਪੁੱਛਣਾ ਤਾਂ ਦੱਸੋ। ਨੋਟਿਸ ਰਾਈਟਿੰਗ ਮੈਂ ਸਮਝਾਤਾ, ਉਹਦੀ ਰਿਕਾਰਡਿੰਗ ਮੈਂ ਪਾ ਦੂੰਗੀ। ਇਸ ਤੋਂ ਇਲਾਵਾ ਕੁਝ ਪੁੱਛਣਾ ਤਾਂ ਬੋਲੋ। ਹਾਂਜੀ ਬੇਟਾ, ਕੀ ਰਿਵਾਈਜ਼ ਕਰਨਾ ਚਾਹੁੰਦੇ ਆ ਬੱਚੇ ਜਿਹੜੇ ਲੇਟ ਆਏ ਆ? ਯੈਸ ਪਲੀਜ਼। ਬਸ ਓਕੇ ਹੈ, ਠੀਕ ਹੈ, ਫਿਰ ਸਿਲੇਬਸ ਓਕੇ ਹੈ ਸਭ ਦਾ? ਓਕੇ ਬੇਟੇ, ਥੈਂਕ ਯੂ ਸੋ ਮਚ, ਹੈਵ ਅ ਨਾਈਸ ਟਾਈਮ।